सत श्री अकाल, नमस्कार, आदाब। मैं हाँ बलबीर जंडू, ਤੁਹਾਡਾ ਸਭ ਦਾ ਸੱਜਣ ਮੀਡੀਆ ਉੱਤੇ ਸਵਾਗਤ ਹੈ। ਭਾਰਤ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਮਨਾਉਣ ਦੇ ਦੌਰ ਵਿੱਚੋਂ ਗੁਜ਼ਰ ਰਿਹਾ। ਇਸੇ ਦੌਰਾਨ ਹੀ 26 ਨਵੰਬਰ ਦਾ ਜਿਹੜਾ ਦਿਹਾੜਾ ਹੈ ਉਹ ਸਾਡੇ ਦੇਸ਼ ਦੇ ਵਿੱਚ ਸਾਡੇ ਸੰਵਿਧਾਨ ਦੀ ਜਿਹੜੇ ਅਨੁਸਾਰ ਚੱਲਣ ਦੇ ਲਈ ਪ੍ਰਕਿਰਿਆ ਨੂੰ ਸ਼ੁਰੂ ਕਰਨ ਦਾ ਵੀ ਦਿਹਾੜਾ ਹੈ। ਤੇ ਇਹ ਉਹ ਦਿਹਾੜਾ ਹੈ ਜਿਸ ਦੇ ਉੱਤੇ ਅਸੀਂ ਲੇਖਾ ਜੋਖਾ ਵੀ ਕਰਦੇ ਹਾਂ ਕਿ ਸਾਡਾ ਜਿਹੜਾ ਸੰਵਿਧਾਨ ਦਿਵਸ ਹੈ ਇਸ ਤੋਂ ਪਹਿਲਾਂ ਕੀ ਵਾਪਰਿਆ, ਪਿਛਲੇ ਜਿਹੜੇ ਸਮਾਂ ਲੰਘਿਆ ਤੇ ਆਉਣ ਵਾਲੇ ਸਮੇਂ 'ਚ ਕੀ ਕੁਝ ਕਰਨ ਦੀ ਲੋੜ ਹੈ। ਇਹ ਦਿਹਾੜੇ ਦੇ ਉੱਤੇ ਅੱਜ ਅਸੀਂ ਜਦੋਂ ਇਹ ਚਰਚਾ ਕਰ ਰਹੇ ਹਾਂ ਤਾਂ ਉਸ ਸਮੇਂ ਬਹੁਤ ਕੁਝ ਅਜਿਹਾ ਵਾਪਰ ਚੁੱਕਾ ਹੈ ਜਿਸ ਦੇ ਵਿੱਚ ਦੇਸ਼ ਦੇ ਅੰਦਰ ਚਰਚਾਵਾਂ ਜ਼ੋਰਾਂ ਤੇ ਨੇ। ਇੱਕ ਤਾਂ ਇਹ ਹੈ ਕਿ ਪਿਛਲੇ ਜਿਹੜਾ 8 ਸਾਲ ਲੰਘੇ ਆ ਉਹਨਾਂ ਦੇ ਵਿੱਚ ਜਿਹੜੇ ਸੰਵਿਧਾਨਕ ਅਹੁਦੇ ਆ ਉਹਨਾਂ ਦੀ ਜਿਸ ਤਰ੍ਹਾਂ ਦੀ ਹਾਲਤ ਬਣ ਗਈ ਹੈ, ਔਰ ਖਾਸ ਕਰਕੇ ਹੁਣ ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਉਹਨਾਂ ਸਾਰਿਆਂ ਦਾ ਨੋਟਿਸ ਲਿਆ, ਉਸ ਦੇ ਉੱਤੇ ਅਸੀਂ ਚਰਚਾ ਕਰਾਂਗੇ। ਉਸ ਚਰਚਾ ਦੇ ਲਈ ਸਾਡੇ ਨਾਲ ਜੁੜੇ ਨੇ ਉੱਘੇ ਰਾਜਸੀ ਚਿੰਤਕ, ਰਾਜਸੀ ਵਿਸ਼ਲੇਸ਼ਕ ਪ੍ਰੋਫੈਸਰ ਮੁਹੰਮਦ ਖਾਲਦ ਜੀ, ਜਿਹੜੇ ਕਿ ਪੰਜਾਬ ਯੂਨੀਵਰਸਿਟੀ ਦੇ ਅੰਦਰ ਰਾਜਨੀਤੀ ਸ਼ਾਸਤਰ ਵਿਭਾਗ ਵਿੱਚ ਇਸ ਵੇਲੇ ਜਿਹੜਾ ਪ੍ਰੋਫੈਸਰ ਦੇ ਤੌਰ ਤੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਆ। ਉਹਨਾਂ ਤੋਂ ਅਸੀਂ ਜਾਣਨਾ ਚਾਹਾਂਗੇ ਕਿ ਇਹ ਅੱਜ ਜਿਹੜਾ ਸੰਵਿਧਾਨ ਦਿਵਸ ਹੈ ਇਸ ਨੂੰ ਉਹ ਕਿਸ ਤਰ੍ਹਾਂ ਦੇਖਦੇ ਆ ਤੇ ਪਿਛਲੇ ਸਮੇਂ ਦੇ ਅੰਦਰ ਜੋ ਕੁਝ ਵਾਪਰਿਆ ਉਸ ਦੇ ਉਹਨਾਂ ਦਾ ਕੀ ਨਜ਼ਰੀਆ ਹੈਗਾ। ਪ੍ਰੋਫੈਸਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਜੀ ਮਿਹਰਬਾਨੀ ਜੀ, ਮਿਹਰਬਾਨੀ। ਪ੍ਰੋਫੈਸਰ ਤੁਸੀਂ ਅੱਜ ਜਿਹੜਾ ਦਿਹਾੜਾ ਸੰਵਿਧਾਨ ਦਿਵਸ ਦੇ ਤੌਰ ਤੇ 26 ਨਵੰਬਰ ਸਾਡੇ ਦੇਸ਼ 'ਚ ਮਨਾਇਆ ਜਾ ਰਿਹਾ ਤੇ ਪਿਛਲੇ ਸਮੇਂ ਦੇ ਅੰਦਰ ਜੋ ਕੁਝ ਵਾਪਰਿਆ ਹੈਗਾ ਤੇ ਅੱਜ ਦੇ ਦਿਹਾੜੇ ਤੇ ਤੁਸੀਂ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜੰਡੂ ਸਾਹਿਬ, ਅੱਜ ਦਾ ਦਿਹਾੜਾ ਜਿਹੜਾ 26 ਨਵੰਬਰ ਦਾ ਹੈ ਉਹਨੂੰ ਜਿਸ ਵੇਲੇ ਤੱਕ ਭਾਰਤ ਰਹੇਗਾ ਔਰ ਇਹ ਸੰਵਿਧਾਨ ਰਹੇਗਾ ਉਹਨੂੰ ਯਾਦ ਕੀਤਾ ਜਾਏਗਾ ਜੀ। ਔਰ ਹਮੇਸ਼ਾ ਅਸੀਂ ਯਾਦ ਕਰਦੇ ਰਹੇ ਹਾਂ। ਖਾਸ ਤੌਰ ਪਰ ਜਿਹੜੀ ਸੰਵਿਧਾਨ ਦੀ ਮਰਿਆਦਾ ਤੇ ਸੰਵਿਧਾਨ ਦੀ ਜਿਹੜੀ ਰੂਹ ਹੈ ਉਹ ਹੈਗਾ ਸੰਵਿਧਾਨ ਦੀ ਪ੍ਰੀਐਂਬਲ, ਪ੍ਰਸਤਾਵਨਾ। ਜੀ। ਪ੍ਰਸਤਾਵਨਾ ਕਹਿੰਦੀ ਹੈ ਕਿ ਵੀ ਦਾ ਪੀਪਲ ਆਫ ਇੰਡੀਆ ਹੈਵਿੰਗ solemnly resolved to constitute India into a sovereign socialist secular democratic republic। ਇਹ ਸਾਨੂੰ ਇੱਕ ਪਛਾਣ ਦਿੰਦਾ ਹੈ ਸੰਵਿਧਾਨ ਸਾਡਾ ਕਿ ਅਸੀਂ ਆਹ ਚੀਜ਼ਾਂ ਭਾਈ, ਅਸੀਂ ਸੋਵਰਨ ਆ, ਅਸੀਂ ਸੋਸ਼ਲਿਸਟ ਆ, ਅਸੀਂ ਸੈਕੂਲਰ ਆ, ਅਸੀਂ ਡੈਮੋਕ੍ਰੈਟਿਕ ਆ, ਅਸੀਂ ਰਿਪਬਲਿਕ ਆ। ਫਿਰ ਸਾਡੀ ਪ੍ਰੀਐਂਬਲ ਇਹ ਕਹਿੰਦੀ ਹੈ ਕਿ ਅਸੀਂ ਆਪਣੇ ਭਾਰਤ ਦੇ ਲੋਕਾਂ ਨੂੰ ਲਿਬਰਟੀ, ਇਕੁਐਲਿਟੀ, ਫਰਟਰਨਿਟੀ ਤੇ ਜਸਟਿਸ, ਇਹ 4 ਚੀਜ਼ਾਂ ਦੇਣ ਦਾ ਵੀ ਵਾਅਦਾ ਕਰਦੇ ਹਾਂ। ਹੁਣ ਜਦ ਅੱਜ ਦਾ ਦਿਹਾੜਾ ਜਿਹੜਾ ਕਿ ਬੜਾ ਇੰਪੋਰਟੈਂਟ ਹੈ ਔਰ ਆਪਾਂ ਯਾਦ ਕਰ ਰਹੇ ਹਾਂ, ਇਹ ਸਿਰਫ ਉਪਚਾਰਿਕਤਾ ਨਾ ਹੋ ਕੇ ਸਾਨੂੰ ਇੱਕ ਆਪਣੇ ਬਾਰੇ ਪੜਚੋਲ ਕਰਨ ਦਾ ਮੌਕਾ ਵੀ ਦਿੰਦੀ ਹੈ ਕਿ ਕਿਆ ਅਸੀਂ ਉੱਥੇ ਹੀ ਖੜੇ ਹਾਂ ਜਿਹੜਾ ਸੰਵਿਧਾਨ ਸਾਨੂੰ ਕਹਿੰਦਾ ਥਾ ਜੀ, ਜਾਂ ਜਿਸ ਵਾਸਤੇ ਸਾਡਾ ਸੰਵਿਧਾਨ ਬਣਿਆ ਥਾ। ਅਸੀਂ ਸੋਵਰਨ ਆ, ਬਿਲਕੁਲ ਹੈ, ਅਸੀਂ ਸੈਕੂਲਰ ਆ। ਉਹਦੇ ਉੱਪਰ ਪ੍ਰਸ਼ਨ ਚਿੰਨ੍ਹ ਕਾਫੀ ਜ਼ਿਆਦਾ ਲੱਗ ਰਿਹਾ ਇਸ ਵੇਲੇ ਸਰਕਾਰ ਦੀਆਂ ਕਥਨੀਆਂ ਤੇ ਕਰਨੀਆਂ ਕਰਕੇ, ਜਿਹਦੀ ਵਜ੍ਹਾ ਕਰਕੇ ਸਰਕਾਰ ਦੀਆਂ ਪਾਲਿਸੀਜ਼ ਕਈ ਜਗ੍ਹਾ ਦੇ ਉੱਪਰ ਲੱਗਦੀਆਂ ਕਿ ਡਗਮਗਾ ਰਹੀਆਂ ਔਰ ਸੈਕੂਲਰਿਜ਼ਮ ਤੋਂ ਪਰੇ ਹਟ ਕੇ, ਜੇ CAA ਦਾ ਕਾਨੂੰਨ ਹੈ ਜਾਂ ਜੋ ਕੁਝ ਵੀ ਹੈ। ਫਿਰ ਅਸੀਂ ਡੈਮੋਕ੍ਰੈਟਿਕ ਹਾਂ, ਸਾਡੀ ਡੈਮੋਕ੍ਰੇਸੀ ਬਹੁਤ ਜ਼ਿਆਦਾ ਵਾਈਬ੍ਰੈਂਟ ਹੈ। ਅਸੀਂ ਪੰਚਾਇਤਾਂ ਦੇ ਇਲੈਕਸ਼ਨ, ਮਿਊਨਿਸਪੈਲਿਟੀਆਂ ਦੇ ਇਲੈਕਸ਼ਨ, ਵਿਧਾਨ ਸਭਾਵਾਂ, ਹਰ ਵਕਤ ਇਲੈਕਸ਼ਨ ਚੱਲੇ ਹੀ ਰਹਿੰਦਾ ਹੈ। ਲੇਕਿਨ ਇਲੈਕਸ਼ਨ ਦਾ ਨੈਰੇਟਿਵ ਜਿਹੜਾ ਹੈਗਾ, ਜਿਸ ਵਜ੍ਹਾ ਕਰਕੇ ਇਲੈਕਸ਼ਨ ਕੀਤਾ ਜਾਂਦਾ ਹੈ, ਜੋ ਵਾਅਦੇ ਕੀਤੇ ਜਾਂਦੇ ਆ, ਉਹਦੇ ਉੱਪਰ ਬਹੁਤ ਵੱਡਾ ਕੁਐਸਚਨ ਚਿੰਨ੍ਹ ਹੈ ਇਸ ਵੇਲੇ। ਕਿਆ ਅਸੀਂ ਵਾਕਈ ਡੈਮੋਕ੍ਰੇਸੀ ਰਹਿ ਗਏ ਹਾਂ ਜਾਂ ਕਿਸ ਤਰ੍ਹਾਂ ਦੀ ਡੈਮੋਕ੍ਰੇਸੀ ਆ, ਜਾਂ ਇੱਕ ਗਾਈਡਡ ਡੈਮੋਕ੍ਰੇਸੀ ਆ, ਜਾਂ ਇੱਕ ਅਸੀਂ ਫੋਰਸਡ ਡੈਮੋਕ੍ਰੇਸੀ ਆ? ਇਹ ਸਾਨੂੰ ਪੜਚੋਲ ਕਰਨ ਦੀ ਲੋੜ ਹੈ। ਉਸ ਤੋਂ ਬਾਅਦ ਲਿਬਰਟੀ, ਕਿੰਨੀਆਂ ਕੁ ਲਿਬਰਟੀਆਂ? ਕਿਆ ਲਿਬਰਟੀ ਇੱਕ ਕੁਝ ਵਿਅਕਤੀਆਂ ਦੇ ਸਮੂਹ ਨੂੰ ਹੈ ਜਾਂ ਸਾਰੇ ਦੇਸ਼ ਦੇ ਲੋਕਾਂ ਨੂੰ ਲਿਬਰਟੀ ਹੈ? ਨਹੀਂ ਹੈ। ਕਿਆ ਇਕੁਐਲਿਟੀ ਹੈ? ਸਾਡਾ ਦੇਸ਼ ਇਨਇਕੁਐਲਿਟੀਜ਼ ਦੇ ਨਾਲ, ਅਸਮਾਨਤਾਵਾਂ ਨਾਲ ਭਰਿਆ ਪਿਆ, ਚਾਹੇ ਉਹ ਸਮਾਜਿਕ ਅਸਮਾਨਤਾਵਾਂ ਹੈ, ਚਾਹੇ ਉਹ ਰਾਜਨੀਤਿਕ ਅਸਮਾਨਤਾਵਾਂ ਹੈ, ਚਾਹੇ ਉਹ ਆਰਥਿਕ ਅਸਮਾਨਤਾਵਾਂ ਹੈ। ਹਰ ਚੀਜ਼ ਦੀਆਂ ਅਸਮਾਨਤਾਵਾਂ ਹੈਗੀਆਂ। ਬਲਕਿ ਇੰਡੀਆ ਦੀ ਸੋਸਾਇਟੀ ਨੂੰ ਆਪਾਂ ਅਗਰ ਕਹੀਏ, ਇੰਡੀਆ ਨੂੰ ਕਹੀਏ
ਕਿ ਸਭ ਤੋਂ ਜ਼ਿਆਦਾ ਅਸਮਾਨਤਾਵਾਂ ਦਾ ਦੇਸ਼ ਹੈ, ਕੋਈ ਇਹਦੇ 'ਚ ਗੁਰੇਜ਼ ਨਹੀਂ ਹੈ, ਬਿਲਕੁਲ ਹੈ। ਇਹਦਾ ਮਤਲਬ ਹੈ ਸੰਵਿਧਾਨ ਦੀ ਸਪਿਰਿਟ ਦੇ ਮੁਤਾਬਕ ਅਸੀਂ ਨਹੀਂ ਹੈ। ਅੱਛਾ, ਫਿਰ ਫਰਟਰਨਿਟੀ ਔਰ ਭਾਈਚਾਰੇ ਦੀ ਗੱਲ ਕਰਦਾ ਹੈ ਸੰਵਿਧਾਨ। ਆਪਾਂ ਇਹ ਦੇਖੋ ਕਿ ਕਿਆ ਬਾਕੀ ਉਹ ਭਾਈਚਾਰੇ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਉਹਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ। ਔਰ ਜਿਹੜਾ ਕਿ ਆਪਾਂ ਪਿਛਲੇ 8 ਸਾਲ ਤੋਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਧਰਮ ਦੇ ਨਾਂ ਤੇ ਦੇਸ਼ ਨੂੰ ਵੰਡਿਆ ਜਾ ਰਿਹਾ ਹੈ ਔਰ ਭਾਈਚਾਰੇ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ। ਔਰ ਖਾਸ ਤੌਰ ਪਰ ਉਹਨਾਂ ਲੋਕਾਂ ਦੁਆਰਾ ਜਿਹੜੇ ਕਿ ਸੰਵਿਧਾਨਕ ਪਦਾਂ ਤੇ ਬੈਠੇ ਹੈ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਡੈਫੀਨੇਟਲੀ ਜੱਡੂ ਸਾਹਿਬ ਸੋਚਣੀਆਂ ਪੈਣਗੀਆਂ। ਅੱਜ ਦੇ ਦਿਹਾੜੇ, ਅੱਜ ਦੀ ਸੰਵਿਧਾਨਕ ਦਿਵਸ ਦੇ ਦਿਹਾੜੇ ਤੇ ਇਹ ਗੱਲ ਸਾਨੂੰ ਸਾਰੀਆਂ ਸੋਚਣੀਆਂ ਪੈਣਗੀਆਂ। ਇਸ ਕਰਕੇ ਇਹਦੇ ਬਾਰੇ ਡਿਸਕਸ਼ਨ ਕਰਨੀ ਵੀ ਬਹੁਤ ਇੰਪੋਰਟੈਂਟ ਹੈ। ਔਰ ਤਾਂ ਕਿ ਸਾਨੂੰ ਇਹ ਪਤਾ ਲੱਗੇ ਕਿ ਸੰਵਿਧਾਨ ਨੇ ਸਾਨੂੰ ਜਿੱਥੇ ਲਿਆ ਕੇ ਕਢਾਇਆ ਸੀਗਾ, ਕਿਆ ਅਸੀਂ ਉਹਦੇ ਮੁਤਾਬਕ ਚੱਲ ਰਹੇ ਹਾਂ ਜਾਂ ਉਹ ਤੋਂ ਬਹੁਤ ਦੂਰ ਹਟ ਗਏ ਹਾਂ। ਅਗਰ ਦੂਰ ਹਟ ਗਏ ਹਾਂ ਤਾਂ ਉਹਨੂੰ ਵਾਪਸ ਮੁੜਨ ਵਾਸਤੇ ਕੀ ਉਪਰਾਲੇ ਸਾਨੂੰ ਕਰਨੇ ਚਾਹੀਦੇ। ਪ੍ਰੋਫੈਸਰ, ਜਿਸ ਤਰ੍ਹਾਂ ਤੁਸੀਂ ਇਹ ਸਾਰੇ ਭੂਮਿਕਾ ਬੰਨੀ ਹੈ, ਔਰ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਡਾ ਜਿਹੜਾ ਸੰਵਿਧਾਨ ਹੈ ਉਹ ਇਸ ਗੱਲ ਦੀ ਵਿਵਸਥਾ ਕਰਦਾ ਹੈ ਕਿ ਜਿੰਨੇ ਵੀ ਸੰਵਿਧਾਨਕ ਅਹੁਦੇ ਹੈ, ਪ੍ਰਸ਼ਾਸਨਿਕ ਅਹੁਦੇ ਹੈ, ਜਾਂ ਜੀ ਉਹ ਅਹੁਦੇ ਜਿਨ੍ਹਾਂ ਤੇ ਜ਼ਿੰਮੇਵਾਰੀ ਨਾਲ ਕੰਮ ਕਰਨਾ ਹੈ ਲੋਕਾਂ ਨੇ, ਇਹ ਜੀ ਅਹੁਦੇ ਤੇ ਜਿਹੜੇ ਨਿਯੁਕਤ ਵਿਅਕਤੀ ਉਹਨਾਂ ਨੇ, ਤਾਂ ਉਹ ਸਾਰੇ ਜਿਹੜੇ ਹੈਗੇ ਆ ਪਿਛਲੇ ਸਮੇਂ ਦੇ ਅੰਦਰ ਜਿਹੜੇ ਹੈ ਮੁੱਖ ਤੌਰ ਤੇ ਸੰਵਿਧਾਨ ਦੀਆਂ ਵਿਵਸਥਾਵਾਂ ਦੇ ਅਨੁਸਾਰ ਪ੍ਰਧਾਨ ਮੰਤਰੀ ਦੀ ਸਿਫਾਰਿਸ਼ ਦੇ ਉੱਤੇ ਹੀ ਨਿਯੁਕਤੀਆਂ ਹੁੰਦੀਆਂ ਉਹਨਾਂ ਦੇ ਉੱਤੇ। ਜੀ 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 ਔਰ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹੁਣ ਜੋ ਸਮਾਂ ਲੰਘਿਆ ਉਹਦੇ ਵਿੱਚ ਸਾਡੇ ਜਿਹੜੇ ਸੰਵਿਧਾਨਕ ਜਿੰਨੇ ਵੀ ਇੰਸਟੀਟਿਊਸ਼ਨ ਸੀ ਉਹ ਕਮਜ਼ੋਰ ਵੀ ਹੋਏ ਆ ਤੇ ਉਹਨਾਂ ਨੂੰ ਤੋੜਿਆ ਵੀ ਗਿਆ। ਔਰ ਖਾਸ ਕਰਕੇ ਹੁਣ ਜੇ ਅਸੀਂ ਨਜ਼ਰ ਮਾਰੀਏ ਤਾਂ ਜਿਹੜਾ ਸਾਡੀ ਚੋਣ ਪ੍ਰਕਿਰਿਆ ਹੈ ਤੇ ਉਹਦੇ ਵਿੱਚ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਵੱਲੋਂ ਰਾਜਪਾਲ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਚੀਫ ਜਸਟਿਸ ਆਫ ਇੰਡੀਆ ਹੈ, ਫਿਰ ਚੀਫ ਕਮਿਸ਼ਨਰ ਹੈ ਜਿਹੜਾ ਚੋਣ ਕਮਿਸ਼ਨਰ ਹੈ, ਤਾਂ ਉਹ ਚੋਣ ਕਮਿਸ਼ਨਰ ਦਾ ਇਸ ਵੇਲੇ ਜਿਹੜਾ ਸੰਸਥਾ ਹੈਗੀ ਹੈ ਉਹ ਬੜੀ ਵਾਦ ਵਿਵਾਦ ਚ ਘਿਰੀ ਹੋਈ ਹੈ। ਤੇ ਇਸ ਵੇਲੇ ਸੁਪਰੀਮ ਕੋਰਟ ਨੇ ਵੀ ਉਸ ਦਾ ਨੋਟਿਸ ਲਿਆ ਹੈ, ਜਿਸ ਤਰ੍ਹਾਂ ਉੱਥੇ ਉਸ ਨੂੰ ਚੁਣੌਤੀ ਦਿੱਤੀ ਗਈ ਹੈ। ਖਾਸ ਕਰਕੇ ਜਿਹੜਾ ਹੁਣ ਇਲੈਕਸ਼ਨ ਕਮਿਸ਼ਨਰ ਜਿਹੜਾ ਨਿਯੁਕਤ ਕੀਤੇ ਗਏ ਅਰਨ ਗੋਇਲ, ਉਸ ਦੀ ਨਿਯੁਕਤੀ ਨੂੰ ਲੈ ਕੇ ਤੇ ਇਸ ਜੀ ਜੋ ਘਟਨਾਵਾਂ ਵਾਪਰੀਆਂ ਹੈਗੀਆਂ ਪਿਛਲੇ ਸਮੇਂ ਦੇ ਅੰਦਰ, ਜਿਸ ਢੰਗ ਨਾਲ ਸੰਵਿਧਾਨਕ ਸੰਸਥਾਵਾਂ ਕਮਜ਼ੋਰ ਹੋਈਆਂ, ਤਾਂ ਤੁਹਾਨੂੰ ਲੱਗਦਾ ਨਹੀਂ ਕਿ ਸੰਵਿਧਾਨ ਦੇ ਉੱਤੇ ਇੱਕ ਸੱਟ ਪੈਰੀ ਤੇ ਸੰਵਿਧਾਨ ਦਿਨ ਬ ਦਿਨ ਕਮਜ਼ੋਰ ਹੁੰਦਾ ਜਾ ਰਿਹਾ? ਦੇਖੋ, ਏਦਾਂ ਹੈ ਕਿ ਸੰਵਿਧਾਨ ਨੂੰ ਕਮਜ਼ੋਰ ਕਰਨ ਦੀ ਜਿਹੜੀ ਪ੍ਰਕਿਰਿਆ ਹੈਗੀ ਹੈ ਉਹ ਕੋਈ ਨਵੀਂ ਨਹੀਂ ਹੈ। ਇੱਕ ਲੰਬੇ ਸਮੇਂ ਤੋਂ ਜਿਹੜੀਆਂ ਸਰਕਾਰਾਂ ਪਾਵਰ ਦੇ ਵਿੱਚ ਰਹੀਆਂ ਨੇ ਉਹਨਾਂ ਨੇ ਆਪਣੇ ਮੁਤਾਬਕ ਸੰਵਿਧਾਨ ਨੂੰ ਤੋੜਨ ਦੀ ਜਾਂ ਸੰਵਿਧਾਨ ਨੂੰ ਮਰੋੜਨ ਦੀ ਜਾਂ ਸੰਵਿਧਾਨ ਨੂੰ ਮੋਡੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਆਪਣੇ ਤਰੀਕੇ ਨਾਲ ਇੰਟਰਪ੍ਰੈਟ ਕਰਨ ਦੀ, ਉਹਦਾ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਪਾਂ ਨੂੰ ਬੜੀਆਂ ਇੰਪੋਰਟੈਂਟ ਘਟਨਾਵਾਂ ਯਾਦ ਹੈ ਕਿ ਕਿਸ ਤਰੀਕੇ ਦੇ ਨਾਲ ਐਮਰਜੈਂਸੀ ਲੱਗੀ ਸੀਗੀ ਦੇਸ਼ ਦੇ ਵਿੱਚ। ਬਿਲਕੁਲ ਠੀਕ, ਬਿਲਕੁਲ ਠੀਕ। ਔਰ ਜਿਸ ਸਭ ਤੋਂ ਵੱਡਾ ਪ੍ਰਹਾਰ ਅਗਰ ਸੰਵਿਧਾਨ ਦੇ ਉੱਪਰ ਹੋਇਆ ਤਾਂ 25 ਤੇ 26 ਜੂਨ ਦੀ ਰਾਤ 1975 ਨੂੰ ਹੋਇਆ, ਜੀ ਜਿਸ ਵੇਲੇ 19 ਮਹੀਨਿਆਂ ਦੀ ਐਮਰਜੈਂਸੀ ਲੱਗੀ ਔਰ ਪੂਰੀ ਆਟੋਕ੍ਰੈਟਿਕ ਸਰਕਾਰ ਬਣੀ ਦੇਸ਼ ਦੇ ਵਿੱਚ। ਉਹ ਸੰਵਿਧਾਨ ਦਾ ਬਹੁਤ ਵੱਡਾ ਹਨਨ ਸੀਗਾ। ਲੇਕਿਨ ਲੋਕਾਂ ਨੇ ਕੀ ਕੀਤਾ, ਜਿਹਾਂ ਐਮਰਜੈਂਸੀ ਹਟੀ ਲੋਕਾਂ ਨੇ ਬਾਉਂਸ ਬੈਕ ਕੀਤਾ ਔਰ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਸੰਵਿਧਾਨ ਨੂੰ ਛੇੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਭਗਾ ਕੇ ਪਰੇ ਮਾਰਿਆ ਇਲੈਕਸ਼ਨ ਦੇ ਵਿੱਚ। ਜੀ ਤਾਂ ਹੁਣ ਉਹ ਸਿਚੁਏਸ਼ਨ ਜਿਹੜੀ ਹੈਗੀ ਹੈ ਉਹਨੂੰ ਇੱਕ ਡਿਫਰੈਂਟ ਤਰੀਕੇ ਦੇ ਨਾਲ ਇਸ ਵੇਲੇ ਅੱਜ ਦੀ ਸਰਕਾਰ ਕਰ ਰਹੀ ਹੈ। ਅੱਜ ਦੀ ਸਰਕਾਰ ਸੰਵਿਧਾਨ ਐਮਰਜੈਂਸੀ ਤਾਂ ਨਹੀਂ ਲਾ ਰਹੀ 352 ਦੇ ਐਮਰਜੈਂਸੀ ਵਰਗੀ ਹਾਲਤ ਤਾਂ ਬਣੀ ਹੋਈ ਹੈ ਨਾ। ਲੇਕਿਨ ਉਹ ਬਹੁਤ ਹੀ ਚਤਰਾਈ ਦੇ ਨਾਲ ਸੰਵਿਧਾਨਕ ਸੰਸਥਾਵਾਂ ਨੂੰ ਇਸ ਤਰੀਕੇ ਦੇ ਨਾਲ ਉੱਥੇ ਦੀਆਂ ਅਪਾਇੰਟਮੈਂਟਾਂ, ਉਹਨਾਂ ਦੀਆਂ ਪਾਵਰਸ, ਉਹਨਾਂ ਦੀਆਂ ਸ਼ਕਤੀਆਂ, ਉਹਨਾਂ ਦਾ ਰੋਲ, ਉਹਨੂੰ ਇਸ ਤਰੀਕੇ ਦੇ ਨਾਲ ਰੀਇੰਟਰਪ੍ਰੈਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਦੇ ਰਾਜਨੀਤਿਕ ਤੇ ਉਹਨਾਂ ਦੇ ਆਈਡੀਓਲੋਜੀਕਲ ਹਿੱਤ ਜਿਹੜੇ ਹੈਗੇ ਆ ਉਹ ਸਰਵ ਹੋ ਸਕਣ। ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਹੈਗਾ ਕਿ ਕਿਆ ਡਾਕਟਰ ਰਜਿੰਦਰਾ ਪ੍ਰਸਾਦ ਤੇ ਰਾਧਾ ਕ੍ਰਿਸ਼ਨਨ ਤੇ ਡਾਕਟਰ ਜ਼ਾਕਿਰ ਹੁਸੈਨ ਵਰਗੇ ਕਿੱਥੇ ਦੇ ਰਾਸ਼ਟਰਪਤੀ ਰਹੇ? ਕਿੱਥੇ ਤੁਸੀਂ ਪ੍ਰਤਿਭਾ ਪਾਟਿਲ ਦੀ ਗੱਲ ਕਰਦੇ ਆ, ਮੁਰਮੁਰ ਦੀ ਗੱਲ ਕਰਦੇ ਆ, ਇਹ ਸਾਰੀਆਂ ਰਾਜਨੀਤਿਕ ਅਪਾਇੰਟਮੈਂਟਸ ਹੈ। ਮੈਂ ਰਾਸ਼ਟਰਪਤੀ ਦੇ ਪਦ ਤੇ ਜਿਹੜਾ ਵਿਅਕਤੀ ਬੈਠਦਾ ਹੈ ਉਹ ਵਿਅਕਤੀ ਦੀ ਗਰਿਮਾ ਜਿਹੜੀ ਹੈਗੀ ਹੈ, ਉਹਦੀ ਨੌਲੇਜ, ਉਹਦੀ ਐਜੂਕੇਸ਼ਨ, ਉਹਦਾ ਯੋਗਦਾਨ, ਇਹ ਸਾਰਾ ਕੁਝ ਸਾਹਮਣੇ ਆਉਣਾ ਚਾਹੀਦਾ। ਹੁਣ ਮੈਂ ਤੁਹਾਨੂੰ ਦੱਸਦਾ
ਕਿ ਜਿੰਨੀਆਂ ਵੀ ਅਪਾਇੰਟਮੈਂਟਸ ਇਸ ਵੇਲੇ ਹੋ ਰਹੀਆਂ ਹਨ ਉਹ ਜੀ ਸਾਰੀਆਂ ਪੀਐਮਓ ਦੇ ਇਸ਼ਾਰੇ ਤੇ ਹੋ ਰਹੀਆਂ ਹਨ। ਉਹਦੇ ਵਿੱਚ ਆਪੋਜੀਸ਼ਨ ਦਾ ਰੋਲ ਬਹੁਤ ਘੱਟ ਹੈ, ਉਹਦੇ ਵਿੱਚ ਜੁਡੀਸ਼ਰੀ ਦਾ ਰੋਲ ਬਹੁਤ ਘੱਟ ਹੈ। ਆਪਣੇ ਮੁਤਾਬਕ ਆਪਣੀ ਉਹਦੇ ਆਈਡੀਓਲੋਜੀ ਦੇ ਮੁਤਾਬਕ ਲੋਕਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਇੱਕ ਟਾਈਮ ਐਸਾ ਸੀਗਾ ਕਿ ਜਿਸ ਵੇਲੇ ਗੁਜਰਾਤ ਦੇ ਵਿੱਚ ਜਿਹੜਾ ਸੋਮਨਾਥ ਦਾ ਮੰਦਿਰ ਹੈ, ਜਿਸ ਵੇਲੇ ਉਹਦਾ ਉਦਘਾਟਨ ਕਰਨਾ ਥਾ, ਰਾਸ਼ਟਰ ਪ੍ਰਧਾਨ ਮੰਤਰੀ ਕਹਿੰਦਾ ਵੀ ਮੈਂ ਨਹੀਂ ਜਾ ਸਕਦਾ, ਔਰ ਡਾਕਟਰ ਜਿੰਦਰਾ ਪ੍ਰਸਾਦ ਨੂੰ ਵੀ ਕਿਹਾ ਵੀ ਭਾਈ ਤੂੰ ਨਾ ਜਾ, ਕਿਉਂਕਿ ਆਪਾਂ ਸੰਵਿਧਾਨਕ ਪਦਾਂ ਤੇ ਬੈਠੇ ਆ ਔਰ ਇਹ ਸਾਡਾ ਇੱਕ ਸੈਕੂਲਰ ਸਟੇਟ ਹੈ। ਅੱਜ ਤੁਸੀਂ ਦੇਖੋ ਹਰ ਘਟਨਾ ਤੇ ਹਰ ਰੋਜ਼ ਜਿਹੜੇ ਸੰਵਿਧਾਨਕ ਪਦਾਂ ਤੇ ਲੋਕ ਬੈਠੇ ਆ ਉਹ ਧਰਮ ਦਾ ਓਪਨਲੀ ਪ੍ਰਚਾਰ ਵੀ ਕਰਦੇ ਆ, ਪ੍ਰਸਾਰ ਵੀ ਕਰਦੇ ਆ ਔਰ ਦਿਖਾਉਂਦੇ ਵੀ ਹਾਂ ਹਮ ਇਸ ਧਰਮ ਨੂੰ ਬਿਲੋਂਗ ਕਰਦੇ ਆ। ਜੀ ਇਹ ਇੱਕ ਬਹੁਤ ਵੱਡੀ ਚੇਂਜ ਸਾਡੇ ਢਾਂਚੇ ਦੇ ਵਿੱਚ ਆਈ ਹੈ, ਪੋਲਿਟੀ ਦੇ ਵਿੱਚ ਆਈ ਹੈ। ਦੂਸਰੇ ਤੁਸੀਂ ਇਲੈਕਸ਼ਨ ਕਮਿਸ਼ਨ ਦੀ ਗੱਲ ਕੀਤੀ ਹੈ। ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਪਹਿਲਾਂ ਇੱਕ ਮੈਂਬਰੀ ਹੁੰਦਾ ਸੀਗਾ 1989 ਦੇ ਵਿੱਚ, ਜਿਸ ਵੇਲੇ 21 ਸਾਲ ਤੋਂ 18 ਸਾਲ ਏਜ ਕੀਤੀ ਤਾਂ ਇਲੈਕਸ਼ਨ ਕਮਿਸ਼ਨ ਦੇ ਮੈਂਬਰ ਵੀ ਵਧਾਤੇ, ਹੁਣ ਮਲਟੀ ਮੈਂਬਰ ਕਮਿਸ਼ਨ ਹੈ, 3 ਮੈਂਬਰ ਹੈਗੇ ਆ। ਇਲੈਕਸ਼ਨ ਕਮਿਸ਼ਨ ਸ਼ੁਰੂ ਦੇ ਵਿੱਚ ਇਦਾਂ ਹੁੰਦਾ ਸੀਗਾ ਕਿ ਜਿਵੇਂ ਸਰਕਾਰ ਦਾ ਹੀ ਇੱਕ ਡਿਪਾਰਟਮੈਂਟ ਹੈ ਔਰ ਉਹ ਡਿਪਾਰਟਮੈਂਟ ਨੂੰ ਜੋ ਸਰਕਾਰ ਕਹਿੰਦੀ ਹੈ ਉਹਦੇ ਮੁਤਾਬਕ ਇਲੈਕਸ਼ਨ ਦੀਆਂ ਡੇਟਾਂ ਹੋਰ ਸਾਰਾ ਕੁਝ ਫਿਕਸ ਕਰਨੀਆਂ। ਟੀਐਨ ਸੈਸ਼ਨ ਆਇਆ, ਜੀ ਟੀਐਨ ਸੈਸ਼ਨ ਨੇ ਇਲੈਕਸ਼ਨ ਕਮਿਸ਼ਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਔਰ ਦੰਦ ਦਿੱਤੇ ਇਲੈਕਸ਼ਨ ਕਮਿਸ਼ਨ ਨੂੰ, ਜਿਹਨੂੰ ਕਹਿੰਦੇ ਇਲੈਕਸ਼ਨ ਕਮਿਸ਼ਨ ਨੂੰ ਵਾਕਈ ਸੰਵਿਧਾਨਕ ਪਦ ਬਣਾਇਆ, ਉਹ ਸੁਪਰੀਮ ਕੋਰਟ ਤੱਕ ਲੜਿਆ, ਲੇਕਿਨ ਉਹਨੇ ਇੰਨੇ ਜ਼ਿਆਦਾ ਰਿਫਾਰਮ ਸਾਡੇ ਇਲੈਕਟੋਰਲ ਪ੍ਰੋਸੈਸ ਦੇ ਵਿੱਚ ਕੀਤੇ, ਅੱਜ ਜੋ ਕੁਝ ਆਪਾਂ ਦੇਖਦੇ ਹਾਂ ਉਹਨਾਂ ਵਿੱਚੋਂ ਮੈਕਸਿਮਮ ਰਿਫਾਰਮ ਟੀਐਨ ਸੈਸ਼ਨ ਦੇ ਕੀਤੇ ਹੋਏ। ਤੇ ਹੁਣ ਦੁਬਾਰਾ ਔਰ ਕਾਫੀ ਕੁਝ ਸਮੇਂ ਤੱਕ ਇਲੈਕਸ਼ਨ ਕਮਿਸ਼ਨ ਬੜਾ ਇੰਡੀਪੈਂਡੈਂਟਲੀ ਕੰਮ ਕਰਦਾ ਰਿਹਾ। ਆਰਟੀਕਲ 324 ਜਿਹੜਾ ਹੈਗਾ ਸਾਡੇ ਸੰਵਿਧਾਨ ਦਾ, ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਦੀਆਂ ਪਾਵਰਸ, ਸ਼ਕਤੀਆਂ ਵਗੈਰਾ ਸਾਰੀਆਂ ਦਿੱਤੀਆਂ ਹੋਈਆਂ ਹਨ। ਹੋਰ ਵੀ 324, 25, 26, 27 ਇਹਨਾਂ ਸਾਰਿਆਂ ਦੇ ਵਿੱਚ। ਲੇਕਿਨ ਪਿਛਲੇ ਕੁਝ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਕਿ ਇਲੈਕਸ਼ਨ ਕਮਿਸ਼ਨ ਦੁਬਾਰਾ ਤੇ ਸਰਕਾਰ ਦਾ ਇੱਕ ਡਿਪਾਰਟਮੈਂਟ ਬਣਦਾ ਚਲਾ ਗਿਆ ਔਰ ਸਰਕਾਰ ਜਿਹੜੀ ਅਪਾਇੰਟਮੈਂਟ ਹੈ ਇਲੈਕਸ਼ਨ ਕਮਿਸ਼ਨ ਦੀ, ਜਦ ਕਿ ਸਾਰੀ ਕੰਸਲਟੇਸ਼ਨ ਦੇ ਨਾਲ ਹੋਣੀ ਚਾਹੀਦੀ ਹੈ, ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਸਾਰੀਆਂ ਪਾਰਟੀਆਂ ਨੂੰ ਸਾਹਮਣੇ ਰੱਖ ਕੇ ਇਲੈਕਸ਼ਨ ਕਰਵਾਉਣੇ ਆ। ਲੇਕਿਨ ਅਗਰ ਇੱਕ ਪੋਲੀਟੀਕਲ ਪਾਰਟੀ ਇੱਕ ਤੇਜ਼ ਸਪੀਡ ਦੇ ਨਾਲ ਇੱਕ ਵਿਅਕਤੀ ਨੂੰ ਅਪਾਇੰਟ ਕਰਦੀ ਹੈ, ਸਾਰੀਆਂ ਸੰਵਿਧਾਨਕ ਮਰਿਆਦਾਵਾਂ ਨੂੰ ਤਾਕ ਦੇ ਵਿੱਚ ਰੱਖ ਕੇ ਅਗਰ ਉਹ ਇਸ ਤਰ੍ਹਾਂ ਦੀ ਅਪਾਇੰਟਮੈਂਟ ਕਰਨੀ ਹੈ ਤਾਂ ਨੈਚੁਰਲੀ ਉਹ ਵਿਅਕਤੀ ਜਿਹੜਾ ਹੈਗਾ ਉਹ ਕੋਈ ਵੀ ਹੋਵੇ, ਅੱਜ ਅਰੁਣ ਗੋਲ ਹੈ ਕੱਲ ਨੂੰ ਕੋਈ ਹੋਰ ਹੋਏਗਾ, ਇਲੈਕਸ਼ਨ ਕਮਿਸ਼ਨਰ ਜਿਹੜਾ ਹੈਗਾ ਉਹ ਨੈਚੁਰਲੀ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੈ ਉਹਦੀ ਹਮਾਇਤ ਜਾਂ ਉਹਦੀ ਕਿਸੇ ਤਰੀਕੇ ਦੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰੂਗਾ ਕਿਤੇ ਨਾ ਕਿਤੇ, ਕਿਉਂਕਿ ਇਲੈਕਸ਼ਨ ਕਮਿਸ਼ਨ ਕੋਲ ਬਹੁਤ ਕੁਝ ਹੁੰਦਾ ਹੈ। ਅੱਜ ਦੀ ਜਿਹੜੀ ਸਥਿਤੀ ਹੈਗੀ ਹੈ ਉਹਦੇ ਵਿੱਚ ਇਸੇ ਕਰਕੇ ਸੁਪਰੀਮ ਕੋਰਟ ਨੂੰ ਇੰਟਰਵੀਨ ਕਰਨਾ ਪਿਆ ਹੈ ਔਰ ਸੁਪਰੀਮ ਕੋਰਟ ਨੇ ਇਸ ਚੀਜ਼ ਦੇ ਉੱਪਰ ਕਿੰਤੂ ਲਗਾਇਆ ਹੈ ਕਿ ਇੰਨੀ ਕਿਹੜੀ ਕਾਹਲੀ ਪਈ ਸੀਗੀ ਕਿ ਪ੍ਰਾਈਮ ਮਿਨਿਸਟਰ ਆਫਿਸ ਜਿਹੜਾ ਹੈਗਾ ਉਹ ਵਿਦਿਨ ਅ ਡੇ 9 ਵੀ ਕਲੀਅਰ ਕਰ ਦਿੰਦਾ, ਉਹ ਵੀ ਕਲੀਅਰ ਕਰ ਦਿੰਦਾ। ਦੱਸੋ, ਇਲੈਕਸ਼ਨ ਸਰਕਾਰ ਜਿਹੜੀ ਹੈ ਸਟਪਟਾਈ ਹੋਈ ਹੈ। ਇਲੈਕਸ਼ਨ ਕਮਿਸ਼ਨ ਦੀ ਅਪਾਇੰਟਮੈਂਟ ਦੇ ਉੱਪਰ ਅਗਰ ਸੁਪਰੀਮ ਕੋਰਟ ਨੇ ਇਹ ਕੋਗਨੀਜ਼ੈਂਸ ਲੈਤੀ ਹੈ, ਬਹੁਤ ਇੰਪੋਰਟੈਂਟ ਗੱਲ ਹੈ। ਇਹੀ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਲੋਕਤੰਤਰ ਨੂੰ ਬਚਾ ਕੇ ਰੱਖ ਰਹੀਆਂ ਨੇ। ਤਾਂ ਮੈਨੂੰ ਲੱਗਦਾ ਹੈ ਕਿ ਇਲੈਕਸ਼ਨ ਕਮਿਸ਼ਨ ਦੀ ਅਪਾਇੰਟਮੈਂਟ ਨਿਸ਼ਪਕਸ਼ ਨਹੀਂ ਹੋਣੀ ਚਾਹੀਦੀ, ਮਿਊਚੁਅਲ ਕੰਸਲਟੇਸ਼ਨ ਦੇ ਨਾਲ ਹੋਣੀ ਚਾਹੀਦੀ ਹੈ। ਆਪੋਜੀਸ਼ਨ ਨੂੰ ਔਰ ਦੂਸਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਆਪੋਜੀਸ਼ਨ 'ਚ ਹੈ ਉਹਨਾਂ ਨੂੰ ਕਾਨਫੀਡੈਂਸ ਲੈਣਾ ਹੋਣਾ ਚਾਹੀਦਾ। ਔਰ ਦੂਸਰੇ ਇਲੈਕਸ਼ਨ ਕਮਿਸ਼ਨਰ ਐਸਾ ਵਿਅਕਤੀ ਹੋਣਾ ਚਾਹੀਦਾ ਜੋ ਬਿਲਕੁਲ ਪਾਕ ਸਾਫ਼ ਹੋਵੇ ਔਰ ਬਿਲਕੁਲ ਇਮਾਨਦਾਰੀ ਦੇ ਨਾਲ ਸੰਵਿਧਾਨ ਦੀ ਮਰਿਆਦਾ ਨੂੰ ਸਾਹਮਣੇ ਰੱਖ ਕੇ ਕੰਮ ਕਰੇ। ਅਦਰਵਾਈਜ਼ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਉਹਦੇ ਪਰ ਪਿਛਲੇ ਕੁਝ ਸਾਲਾਂ 'ਚ ਜਿਸ ਤਰ੍ਹਾਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ ਉਹ ਹੋਰ ਉੱਠਦਾ ਜਾਊਗਾ। ਉਹ ਸਾਡੀ ਸੰਵਿਧਾਨਕ ਢਾਂਚੇ ਵਾਸਤੇ ਵੀ ਔਰ ਸਾਡੀ ਡੈਮੋਕ੍ਰੇਸੀ ਵਾਸਤੇ ਵੀ ਠੀਕ ਨਹੀਂ ਹੈ। ਹਾਂ ਸਰ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਟੀਐਨ ਸੈਸ਼ਨ ਨੇ ਜਿਹੜਾ ਇੱਕ ਰੁਤਬਾ ਬਣਾਤਾ ਸੀਗਾ ਚੋਣ ਕਮਿਸ਼ਨ ਦਾ, ਤੇ ਜਿਸ ਢੰਗ ਨਾਲ ਪਿਛਲੇ ਸਮੇਂ ਦੇ ਅੰਦਰ ਤੇ ਅੱਜ ਦੀ ਜਿਹੜੀ ਸਥਿਤੀ ਹੈ ਉਹਦੇ ਵਿੱਚ ਉਹ ਰੁਤਬਾ ਲੱਗਦਾ ਨਹੀਂ ਹੈ ਚੋਣ ਕਮਿਸ਼ਨ ਦਾ ਰਿਹਾ ਹੈਗਾ। ਤੇ ਉਸ ਸਥਿਤੀ ਦੇ ਵਿੱਚ ਜਦੋਂ ਇਹ ਅਪੁਆਇੰਟਮੈਂਟ ਹੋਈ ਹੈ ਤਾਂ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਹੈ ਕਿ ਸਾਨੂੰ ਜਿਹੜਾ ਉਸ ਅਧਿਕਾਰੀ ਨਾਲ, ਅਰੁਣ ਗੋਇਲ ਨਾਲ ਕੋਈ ਨਹੀਂ, ਅਸੀਂ ਤਾਂ ਉਸ ਪ੍ਰਕਿਰਿਆ ਜਿਸ ਢੰਗ ਨਾਲ ਉਹ ਸਾਰੇ ਨੂੰ ਨਿਯੁਕਤ ਕੀਤਾ ਗਿਆ, ਸਾਡਾ ਸਵਾਲ ਤਾਂ ਉਸ ਦੇ ਉੱਪਰ ਹੈ।
ਤੇ ਅਸੀਂ ਦੇਖਦੇ ਹਾਂ ਕਿ ਸਾਡੇ ਜਿਹੜੀ ਜਮਹੂਰੀਅਤ ਦੀ ਗੱਲ ਕਰਦੇ ਹਾਂ, ਸਾਡੇ ਸੰਵਿਧਾਨ ਨੇ ਜਿਹੜੀ ਵਿਵਸਥਾ ਕੀਤੀ ਹੈ, ਉਹ ਵੀ 3-4 ਚੀਜ਼ਾਂ ਦੇ ਉੱਤੇ ਖੜੀ ਹੈ। ਇੱਕ ਤਾਂ ਨਿਆਂਪਾਲਕ ਹੈ, ਜਿਹੜੇ ਉਹਦੇ ਸਤੰਭ ਨੇ, ਇੱਕ ਕਾਰਜਪਾਲਕ ਹੈ, ਇੱਕ ਵਿਧਾਨਪਾਲਕ ਹੈ, ਇੱਕ ਅੱਗੇ ਮੀਡੀਆ ਹੁੰਦਾ ਸੀਗਾ, ਮੀਡੀਆ ਨੂੰ ਕਿਹਾ ਜਾਂਦਾ ਸੀ, ਮੰਨਿਆ ਜਾਂਦਾ ਸੀ। ਪਰ ਹੁਣ ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚੋਂ ਇਹ ਸਾਰੀਆਂ ਸੰਸਥਾਵਾਂ ਜਿਹੜੀਆਂ ਉਹ ਕਮਜ਼ੋਰ ਹੋਈਆਂ ਬਾਕੀ ਦੀਆਂ, ਔਰ ਸਿਰਫ ਤੇ ਸਿਰਫ ਇਸ ਵੇਲੇ ਜੁਡੀਸ਼ਰੀ ਹੈ ਜਿਹੜੀ ਇਹ ਥੋੜਾ ਕੁਐਸਚਨ ਮਾਰਕ ਉਠਾ ਰਹੀ ਹੈ। ਜੁਡੀਸ਼ਰੀ ਦੇ ਅੰਦਰ ਵੀ ਬਕਾਇਦਾ ਜਿਹੜਾ ਹੁਣ ਸੰਵਿਧਾਨਕ ਬੈਂਚ ਬਣਿਆ, ਇਹ ਸੁਣਵਾਈ ਉਸ ਦੇ ਕੋਲ ਹੋਈ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਤੋਂ ਹੁਣ ਕੋਈ ਅੱਗੇ ਰਿਫਾਰਮ ਹੋਣ ਦੀ ਸੰਭਾਵਨਾ ਬਣੇਗੀ? ਦੇਖੋ ਜੱਡੂ ਸਾਹਿਬ, ਸੁਪਰੀਮ ਕੋਰਟ ਦਾ ਡਾਇਰੈਕਟ ਇੰਟਰਵੀਨ ਕਰਨਾ ਔਰ ਉਹਦੇ ਵਾਸਤੇ ਸੰਵਿਧਾਨਕ ਬੈਂਚ ਬਣਾਉਣਾ ਆਪਣੇ ਆਪ ਦੇ ਵਿੱਚ ਇਸ ਚੀਜ਼ ਦੀ ਦਲਾਲਤ ਕਰਦਾ ਹੈ ਕਿ ਸੁਪਰੀਮ ਕੋਰਟ ਨੂੰ ਮਹਿਸੂਸ ਹੋਇਆ ਕਿ ਇਲੈਕਸ਼ਨ ਕਮਿਸ਼ਨ ਦੀ ਅਪਾਇੰਟਮੈਂਟ ਜਿਹੜੀ ਹੈਗੀ ਹੈ ਉਹਦੇ ਵਿੱਚ ਕੋਈ ਹੈਂਕੀ ਪੈਂਕੀ ਹੈ, ਕੋਈ ਪ੍ਰੋਬਲਮ ਹੈ। ਕਿਉਂਕਿ ਸੁਪਰੀਮ ਕੋਰਟ ਨੇ ਇੱਕ ਗੱਲ ਕਹੀ ਹੈ, ਮੈਂ ਪਰਸੋਂ ਚੌਥੇ ਦੇਖ ਰਿਹਾ ਸੀਗਾ, ਉਹ ਕਹਿੰਦੇ ਸਰਕਾਰ ਨੂੰ ਕਿ ਭਾਈ ਜੇ ਕੋਈ ਹੈਂਕੀ ਪੈਂਕੀ ਨਹੀਂ ਹੈ, ਤੁਸੀਂ ਆਪਣੀ ਫਾਈਲ ਜਿਹੜੀ ਹੈਗੀ ਇਲੈਕਸ਼ਨ ਚੋਣ ਕਮਿਸ਼ਨਰ ਦੇ ਅਪਾਇੰਟਮੈਂਟ ਦੀ ਉਹ ਸਾਡੇ ਸਾਹਮਣੇ ਲਿਆਓ ਤਾਂ ਕਿ ਦੇਖੀਏ ਉਹਦੇ ਵਿੱਚ ਕੀ ਹੋਇਆ, ਕਿਸ ਪ੍ਰਕਿਰਿਆ ਦਾ ਪ੍ਰੋਪਰ ਪਾਲਨ ਹੋਇਆ ਜਾਂ ਨਹੀਂ ਹੋਇਆ। ਤੇ ਨੈਚੁਰਲੀ ਜਦ ਕਿ ਸਰਕਾਰ ਜਾਂ ਸਰਕਾਰ ਦੇ ਨੁਮਾਇੰਦੇ ਜਾਂ ਸਰਕਾਰ ਦੇ ਸਮਰਥਕ ਇਹ ਕਹਿ ਰਹੇ ਹਨ ਕਿ ਜੀ ਇਲੈਕਸ਼ਨ ਕਮਿਸ਼ਨ ਦੀ ਅਪਾਇੰਟਮੈਂਟ ਜਾਂ ਦੂਸਰੀਆਂ ਜਿਹੜੀਆਂ ਅਪਾਇੰਟਮੈਂਟਸ ਹੈ ਉਹਦੇ ਵਿੱਚ ਸੁਪਰੀਮ ਕੋਰਟ ਨੂੰ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਦੇਣ ਦਾ ਜਵਾਜ਼ ਨਹੀਂ ਪੈਦਾ ਹੁੰਦਾ। ਸੁਪਰੀਮ ਕੋਰਟ ਕਹਿੰਦੀ ਹੈ ਕਿ ਨਹੀਂ। ਦੇਖੋ ਇੱਕ ਚੀਜ਼ ਹੁੰਦੀ ਹੈ ਜੰਡੂ ਸਾਹਿਬ, ਇਹ ਤੁਹਾਡੇ ਦਰਸ਼ਕਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਇੱਕ ਚੀਜ਼ ਹੁੰਦੀ ਹੈ ਚੈਕਸ ਐਂਡ ਬੈਲੈਂਸਿਸ, ਜਿਹੜਾ ਕਿ ਯਾਨੀ ਕਿ ਸਰਕਾਰ ਦੇ ਜਿਹੜੇ 3 ਅੰਗ ਹੈ, ਜਿਵੇਂ ਕਿ ਤੁਸੀਂ ਕਿਹਾ, ਇਹ 3 ਅੰਗਾਂ ਦੇ ਵਿੱਚੋਂ ਕੋਈ ਵੀ ਅੰਗ ਇੰਨਾ ਪਾਵਰਫੁਲ ਨਾ ਹੋ ਜਾਵੇ ਕਿ ਬਾਕੀ 2 ਨੂੰ ਡੋਮੀਨੇਟ ਕਰੇ। ਇਸ ਕਰਕੇ 3 ਦੇ ਵਿੱਚ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਹੈ। ਉਹ ਬੈਲੈਂਸ ਦੀ ਜਦ ਆਪਾਂ ਦੇਖਦੇ ਹਾਂ ਤਾਂ ਐਗਜ਼ੈਕਟਿਵ ਸਾਰੀ ਇੱਕ ਪਾਸੇ ਹੈ ਤੇ ਜਿਹੜੀ ਵਿਧਾਨ ਪਾਲਿਕਾ ਹੈ ਯਾਨੀ ਕਿ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ, ਉਹਦੇ ਵਿੱਚ ਵੀ ਉਸੇ ਪਾਰਟੀ ਦਾ ਕਬਜ਼ਾ ਹੈ। ਜੀ ਜੀ। ਤਾਂ ਉਹਦੇ ਵਿੱਚ ਅਗਰ ਜੁਡੀਸ਼ਰੀ ਵੀ ਉਸੇ ਲੈ 'ਚ ਬਹਿ ਜਾਵੇ ਤਾਂ ਫਿਰ ਤਾਂ ਡੈਮੋਕ੍ਰੇਸੀ ਖਤਮ ਹੈ। ਇਸ ਕਰਕੇ ਚੈਕਸ ਐਂਡ ਬੈਲੈਂਸਿਸ ਰੱਖਣੇ ਬਹੁਤ ਜ਼ਰੂਰੀ ਹੁੰਦੇ ਹਨ। ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਤਿੰਨਾਂ ਦੇ ਆਪਣੀਆਂ ਪਾਵਰਸ ਹੈ, ਆਪਣੇ ਫੰਕਸ਼ਨਸ ਹੈ, ਆਪਣੇ ਰੋਲ ਹੈ। ਉਹਨਾਂ ਰੋਲਸ ਨੂੰ ਸਾਹਮਣੇ ਰੱਖਦੇ ਹੋਏ ਕੋਈ ਵੀ ਦੂਸਰੇ ਨੂੰ ਜਾਂ ਤੀਸਰੇ ਨੂੰ ਇੰਨਾ ਜ਼ਿਆਦਾ ਪਾਵਰਫੁਲ ਨਾ ਹੋਣ ਦੇਵੇ, ਇਹ ਸਾਡਾ ਸੰਵਿਧਾਨ ਕਹਿੰਦਾ ਹੈ। ਇਸ ਕਰਕੇ ਸੁਪਰੀਮ ਕੋਰਟ ਨੇ ਜਿਹੜੀ ਲੈਤੀ ਹੈ, ਅਸੀਂ ਇਹ ਉਮੀਦ ਵੀ ਕਰਦੇ ਹਾਂ ਔਰ ਇਹ ਚਾਹੁੰਦੇ ਵੀ ਹਾਂ ਕਿ ਸੁਪਰੀਮ ਕੋਰਟ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇੱਕ ਪਾਸੇ ਕਰ ਦੇਵੇ ਔਰ ਸੁਪਰੀਮ ਕੋਰਟ ਦੇਖੇ ਕਿ ਵਾਕਈ ਜਿਹੜਾ ਇਲੈਕਸ਼ਨ ਕਮਿਸ਼ਨ ਹੈਗਾ ਉਹਦੀ ਅਪਾਇੰਟਮੈਂਟ ਦੇ ਵਿੱਚ ਕੋਈ ਪ੍ਰੋਬਲਮਸ ਹੈ ਜਾਂ ਪ੍ਰੋਪਰ ਪ੍ਰੋਸੀਜਰ ਨਹੀਂ ਫੋਲੋ ਕੀਤਾ ਗਿਆ, ਤਾਂ ਉਹਨੂੰ ਉਹ ਕੁਐਸ਼ ਵੀ ਕਰ ਸਕਦੀ ਹੈ। ਅਗਰ ਉਹ ਕੁਐਸ਼ ਕਰਦੀ ਹੈ ਔਰ ਸੋਚਦੀ ਹੈ ਕਿ ਵਾਕਈ ਹੋਇਆ ਹੈ, ਅਗਰ ਉਹ ਕੁਐਸ਼ ਕਰਦੀ ਹੈ ਤਾਂ ਡੈਫੀਨੇਟਲੀ ਮੈਂ ਕਹਿਣਾ ਉਹਦਾ ਪ੍ਰਭਾਵ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੀਆਂ ਅਪਾਇੰਟਮੈਂਟਾਂ ਦੇ ਉੱਪਰ ਪਏਗਾ। ਅਦਰਵਾਈਜ਼ ਇਲੈਕਸ਼ਨ ਕਮਿਸ਼ਨ ਉਸੇ ਤਰੀਕੇ ਦੇ ਨਾਲ ਕੰਮ ਕਰੇਗਾ ਜਿਸ ਤਰੀਕੇ ਦੇ ਨਾਲ ਸੱਤਾਰੂੜ ਪਾਰਟੀ ਜਾਂ ਉਹਦੇ ਜਿਹੜੇ ਹੈਗੇ ਆ ਅਧਿਕਾਰੀ ਸਰਕਾਰ ਚਾਹੇਗੀ। ਉਹ ਚਾਹੁੰਦੇ ਆ। ਇਹ ਨਹੀਂ ਹੋਣਾ ਚਾਹੀਦਾ। ਇਹ ਸੁਪਰੀਮ ਕੋਰਟ ਦਾ ਬਹੁਤ ਅੱਛਾ ਹੈ ਕਿ ਉਹਨਾਂ ਨੇ ਇਹਦੀ ਕੋਗਨੀਜ਼ੈਂਸ ਲੈਤੀ ਹੈ ਔਰ ਉਮੀਦ ਹੈ ਕਿ ਸੁਪਰੀਮ ਕੋਰਟ ਠੀਕ ਫੈਸਲਾ ਦੇਗੀ ਸੰਵਿਧਾਨ ਦੀ ਮਰਿਆਦਾ ਨੂੰ ਸਾਹਮਣੇ ਰੱਖਦੇ ਹੋਏ। ਬਕਾਇਦਾ ਉਹਨਾਂ ਨੇ ਫਾਈਲ ਵੀ ਮੰਗਾ ਲਈ ਔਰ ਜੀ ਫੈਸਲਾ ਤਾਂ ਹੁਣ ਰਾਖਵਾਂ, ਜਦੋਂ ਫੈਸਲਾ ਸਾਹਮਣੇ ਆਏਗਾ ਫਿਰ ਪਤਾ ਲੱਗੇਗਾ ਫੈਸਲਾ। ਪਰ ਅਸੀਂ ਇਹ ਦੇਖਦੇ ਹਾਂ ਕਿ ਜਿਹੜੀ ਤੁਸੀਂ ਗੱਲ ਕਹੀ ਹੈਗੀ ਹੈ ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਦੀ, ਉਸ ਦੇ ਬਾਰੇ ਜਿਸ ਤਰ੍ਹਾਂ ਜਿਹੜੇ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਰਾਹੁਲ ਗਾਂਧੀ, ਜਿਹੜੇ ਇਸ ਵੇਲੇ ਭਾਰਤ ਜੋੜੋ ਯਾਤਰਾ ਤੇ ਨੇ, ਉਹਨਾਂ ਦਾ ਵੀ ਇਹੀ ਕਹਿਣਾ, ਜਿੱਥੇ ਵੀ ਉਹ ਬੋਲਦੇ ਆ ਉਹ ਇਹੀ ਗੱਲ ਕਹਿੰਦੇ ਆ ਕਿ ਸਾਨੂੰ ਉੱਥੇ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ, ਸਾਡੇ ਕੋਲ ਕੋਈ ਰਾਹ ਨਹੀਂ ਸੀ ਰਿਹਾ, ਅਸੀਂ ਤਾਂ ਭਾਰਤ ਜੋੜੋ ਯਾਤਰਾ ਤੇ ਲੋਕਾਂ ਨਾਲ ਸਿੱਧਾ ਸੰਪਰਕ ਕਰਨ ਲਈ ਨਿਕਲੇ ਹਾਂ। ਇਹਦੇ ਤੋਂ ਕਿਤੇ ਨਾ ਕਿਤੇ ਇਹ ਗੱਲ ਤਾਂ ਆ ਹੀ ਰਹੀ ਹੈ ਕਿ ਦੇਸ਼ ਸੰਵਿਧਾਨ ਅਨੁਸਾਰ ਇਸ ਵੇਲੇ ਨਹੀਂ ਚੱਲ ਰਿਹਾ, ਜਿਸ ਕਰਕੇ ਵਿਰੋਧੀ ਧਿਰ ਨੂੰ ਵੀ ਇਹ ਗੱਲ ਕਹਿਣੀ ਪੈ ਰਹੀ ਹੈ। ਔਰ ਬਕਾਇਦਾ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਬੋਲਦੇ ਹਾਂ ਤੇ ਸਪੀਕਰ ਬੰਦ ਕਰ ਦਿੱਤੇ ਜਾਂਦੇ। ਦੇਖੋ ਏਦਾਂ ਹੈ ਆਪਣੇ ਜੰਡੂ ਸਾਹਿਬ, ਜਿਹੜਾ ਭਾਰਤ ਜੋੜੋ ਯਾਤਰਾ ਹੈਗੀ ਹੈ
ਉਹਦੇ ਪਰ ਤਾਂ ਆਪਾਂ ਫੇਰ ਅਲੱਗ ਡਿਸਕਸ਼ਨ ਕਰ ਸਕਦੇ ਹਾਂ, ਕਿਉਂਕਿ ਲੇਕਿਨ ਨਹੀਂ, ਮੈਂ ਤਾਂ ਉਹਨਾਂ ਨੇ ਜਿਹੜਾ ਪੁਆਇੰਟ ਕਹਿ ਰਹੇ ਨਾ ਜੀ ਮੋਟਾ ਉਸ ਮੋਟੀ ਦੌਰਾਨ ਮੋਟੀ ਮੋਟੀ ਉਹਨੂੰ ਮੋਟੀ ਕਿਹਾ ਗੱਲ ਇਹ ਹੈਗੀ ਹੈ, ਮੋਟੀ ਮੋਟੀ ਗੱਲ ਇਹ ਹੈਗੀ ਹੈ ਕਿ ਜਿਸ ਤਰੀਕੇ ਦੇ ਨਾਲ ਲੈਜਿਸਲੇਸ਼ਨ ਇਸ ਵੇਲੇ ਹੋ ਰਿਹਾ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ, ਜੀ। ਬਿਨਾ ਬਿਨਾ ਡਿਸਕਸ਼ਨ ਤੇ ਆ ਜਿਹੜੇ 3 ਫਾਰਮ ਬਿੱਲ ਥੇ, ਬਿਲਕੁਲ, ਵॉइस ਮੈਂ ਵੀ ਵੋਟ ਇਹੀ ਦੇ ਕਹਿ ਨਾਲ, ਰਿਹਾ ਜੀ 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 ਜੀ। ਵॉइस ਵੋਟ ਦੇ ਨਾਲ, ਯਾਨੀ ਵੋਟਾਂ ਵੀ ਨਹੀਂ ਪਵਾਈਆਂ, ਹਾਲਾਂਕਿ ਉੱਥੇ ਹੋ ਸਕਦਾ ਸਰਕਾਰ ਨੂੰ ਸੀਗਾ ਕਿ ਅਸੀਂ ਡਿਫੀਟ ਹੋ ਜਾਾਂਗੇ, ਵॉइस ਵੋਟ ਦੇ ਨਾਲ ਪਾਸ ਕਰਵਾ ਕੇ ਲਾਗੂ ਕਰਤੇ। ਜੀ ਤੁਸੀਂ ਦੱਸੋ ਕਿਹੜੀ ਡੈਮੋਕ੍ਰੇਸੀ ਹੈ? ਕਿਆ ਡੈਮੋਕ੍ਰੇਸੀ ਇਹ ਕਹਿੰਦੀ ਹੈ ਕਿ ਡਿਸਕਸ਼ਨ ਨਾ ਹੋਣ ਦਿਓ? ਕਿਆ ਡੈਮੋਕ੍ਰੇਸੀ ਇਹ ਕਹਿੰਦੀ ਹੈਗੀ ਹੈ ਕਿ ਲੋਕਾਂ ਦੇ ਪ੍ਰਤੀਨਿਧੀਆਂ ਦੀ ਜਿਹੜੇ ਹੈਗੇ ਆ ਉਹਨਾਂ ਨੂੰ ਗੈਗ ਕਰ ਦਿਓ? ਔਰ ਉਹਦੇ ਵਿੱਚ ਮੀਡੀਆ ਦਾ ਜਿਹੜਾ ਰੋਲ ਹੈ, ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਚੌਥਾ ਜਿਹੜਾ ਸਤੰਭ ਹੈ ਉਹ ਮੀਡੀਆ ਹੈ। ਜੀ ਜੀ ਮੀਡੀਆ ਜਿਸ ਤਰੀਕੇ ਦੇ ਨਾਲ ਵਿਕਿਆ ਹੋਇਆ, ਜਾਂ ਆਪਾਂ ਕਹਿੰਦੇ ਖਾਸ ਤੌਰ ਪਰ ਆਪਾਂ ਦੇਖਦੇ ਹਾਂ ਜਿਹੜਾ ਹਿੰਦੀ ਜ਼ਿਆਦਾਤਰ ਨੈਸ਼ਨਲ ਚੈਨਲ ਜਿਹੜੇ ਹੈਗੇ, ਮੇਨ ਜਿਹੜਾ ਮੇਨ ਸਟ੍ਰੀਮ ਮੀਡੀਆ ਜਿਹੜਾ ਮੇਨ ਖਾਸ ਸਟ੍ਰੀਮ ਜਿਹੜਾ ਕਰਕੇ। ਮੀਡੀਆ ਹੈਗਾ, ਉਹ ਜਿਸ ਤਰੀਕੇ ਦੇ ਨਾਲ ਸਰਕਾਰ ਦਾ ਪੱਖ ਲੈ ਕੇ ਆਪੋਜੀਸ਼ਨ ਨੂੰ ਕਟਹਿਰੇ 'ਚ ਖੜਾ ਕਰਦਾ ਹੈ ਡੇਲੀ, ਜਿਹੜੀਆਂ ਸ਼ਾਮ ਨੂੰ ਡਿਬੇਟਸ ਹੁੰਦੀਆਂ। ਮੀਡੀਆ ਦਾ ਕੰਮ ਹੈ ਸਰਕਾਰ ਨੂੰ ਕੁਐਸਚਨ ਕਰਨਾ। ਮੀਡੀਆ ਸਰਕਾਰ ਨੂੰ ਕਹਿ ਰਿਹਾ ਹੈ ਕਿ ਤੁਸੀਂ ਤੁਹਾਡੀ ਬੱਲੇ ਬੱਲੇ, ਕਿ ਆਪੋਜੀਸ਼ਨ ਥੱਲੇ ਥੱਲੇ, ਜੀ ਜੀ ਆਪੋਜੀਸ਼ਨ ਨੂੰ ਕੁਐਸਚਨ ਕਰ ਰਿਹਾ। ਮੀਡੀਆ ਜਿਹੜਾ ਹੈਗਾ, ਫॉर ਐਗਜ਼ਾਮਪਲ ਨੈਸ਼ਨਲ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਭਾਰਤ ਜੋੜੋ ਯਾਤਰਾ ਜਿਹੜੀ ਹੈਗੀ ਹੈ ਉਹ ਬਿਲਕੁਲ ਹੀ ਕਵਰ ਨਹੀਂ ਹੋ ਰਹੀ, ਜਾਂ ਬਹੁਤ ਹੀ ਅੰਸ਼ਕ ਰੂਪ ਦੇ ਵਿੱਚ ਕਵਰ ਹੋ ਰਹੀ ਹੈ। ਏਡੀ ਬੜੀ ਇਵੈਂਟ ਹੋ ਰਹੀ ਹੈ, ਔਰ ਉਸ ਤੋਂ ਬਾਅਦ ਥੋੜੀ ਜਿਹੀ ਵੀ ਕੋਈ ਗੱਲ ਹੁੰਦੀ ਹੈ ਤਾਂ ਜਿੱਥੇ ਉੱਥੇ ਫॉर ਐਗਜ਼ਾਮਪਲ ਇੱਕ ਲੇਡੀ ਦਾ ਹੱਥ ਫੜ ਲਿਆ ਉਹਨੇ, ਰਾਹੁਲ ਗਾਂਧੀ ਨੇ, ਇੱਕ ਕੋਈ ਕਲਾਕਾਰ ਜਾਂ ਕੁਝ ਸੀਗੀ, ਉਹਦੇ ਉੱਪਰ ਤਾਂ ਮੀਡੀਆ ਜਿਹੜਾ ਹੈਗਾ ਉਹ ਛਲੰਗ ਮਾਰ ਕੇ ਅੱਗੇ ਆ ਗਿਆ ਕਿ ਲੈ ਵੀ ਇਹਦੇ ਪਰ ਡਿਸਕਸ਼ਨ ਕਰਦੇ ਆ। ਜਿਹੜੇ ਹਜ਼ਾਰਾਂ ਲੱਖਾਂ ਲੋਕ ਭਾਰਤ ਜੋੜੋ ਯਾਤਰਾ ਦੇ ਵਿੱਚ ਤੁਰੇ ਹੋਏ ਆ ਨਾਲ, ਉਹਨਾਂ ਦਾ ਕਿਤੇ ਕੋਈ ਜ਼ਿਕਰ ਨਹੀਂ ਹੈ। ਮੈਂ ਕਾਂਗਰਸੀ ਨਹੀਂ ਹਾਂ, ਨਾ ਮੇਰਾ ਕਾਂਗਰਸੀ ਬਣਨ ਦਾ ਕੋਈ ਇਰਾਦਾ ਹੈ, ਲੇਕਿਨ ਜਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਹੋ ਰਹੀਆਂ, ਉਹ ਡੈਫੀਨੇਟਲੀ ਇੱਕ ਕੁਐਸਚਨ ਜ਼ਰੂਰ ਖੜਾ ਕਰਦੀਆਂ ਮੀਡੀਆ ਦੇ ਰੋਲ ਦੇ ਉੱਪਰ, ਜਿਹਨੂੰ ਆਪਾਂ ਚੌਥਾ ਸਤੰਭ ਕਹਿੰਦੇ ਆ। ਇਸ ਕਰਕੇ ਬਜਾਏ ਇਸ ਦੇ ਕਿ ਇਹ ਕਹੀਏ ਕਿ ਸੰਵਿਧਾਨਕ ਜਿਹੜੇ ਸਾਡੀਆਂ ਸੰਸਥਾਵਾਂ ਉਹ ਖਤਰੇ ਦੇ ਵਿੱਚ ਹੈ ਜਾਂ ਉਹਨਾਂ ਨੂੰ ਢਾਹ ਲੱਗੀ ਹੈ, ਤਾਂ ਮੀਡੀਆ ਨੂੰ ਉਸ ਤੋਂ ਵੀ ਜ਼ਿਆਦਾ ਢਾਹ ਲੱਗੀ ਹੈ, ਜਿਹਨੇ ਇੱਕ ਬਹੁਤ ਵੱਡਾ ਰੋਲ ਲੋਕਾਂ ਦੀ ਆਵਾਜ਼ ਬਣ ਕੇ ਸਾਹਮਣੇ ਰੱਖਣਾ ਹੈ ਦੇਸ਼ ਦੇ। ਉਹ ਚੀਜ਼ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਮਿਸਿੰਗ ਹੈ, ਔਰ ਉਹਨੂੰ ਕਰੈਕਟ ਕਰਨ ਦੀ ਬੜੀ ਸਖਤ ਲੋੜ ਹੈ। ਉਹਦੇ ਵਿੱਚ ਜਿਹੜਾ ਤੁਹਾਡਾ ਮੀਡੀਆ ਹੈਗਾ, ਜਿਹੜਾ ਸੋਸ਼ਲ ਮੀਡੀਆ ਹੈਗਾ, ਜੀ ਉਹਦਾ ਰੋਲ ਇਸੇ ਕਰਕੇ ਸਭ ਤੋਂ ਅੱਗੇ ਆ ਰਿਹਾ। ਮੈਨੂੰ ਲੱਗਦਾ ਹੈ ਕਿ ਮੈਨੇ ਪਿਛਲੇ 6 ਮਹੀਨਿਆਂ ਦੇ ਵਿੱਚ ਆਪਣਾ ਟੀਵੀ ਨਹੀਂ ਖੋਲ ਕੇ ਦੇਖਿਆ, ਕਿਉਂਕਿ ਟੀਵੀ ਦੇ ਉੱਪਰ ਜਦ ਮੈਂ ਜਾਊਂਗਾ ਉੱਥੇ ਕੰਟੈਂਟ ਵਨ ਸਾਈਡਡ ਮਿਲੇਗਾ, ਜਦ ਕਿ ਸੋਸ਼ਲ ਮੀਡੀਆ ਦੇ ਉੱਪਰ ਮੈਨੂੰ ਡਾਈਵਰਸ ਕੰਟੈਂਟ ਆ ਰਿਹਾ ਹੈ, ਔਰ ਮੈਨੂੰ ਹਰ ਤਰ੍ਹਾਂ ਦੀ ਚੀਜ਼ ਪਤਾ ਲੱਗ ਰਹੀ ਹੈ। ਇਸ ਕਰਕੇ ਅੱਜ ਦਾ ਦੌਰ ਸੋਸ਼ਲ ਮੀਡੀਆ ਦਾ ਦੌਰ ਤਾਂ ਹੀ ਕਿਹਾ ਜਾਂਦਾ ਹੈ। ਜਿਹੜੀਆਂ ਵੱਡੇ ਕਾਰਪੋਰੇਟ ਘਰਾਣੇ ਹੈ, ਜਿਨ੍ਹਾਂ ਪਰ ਸਰਕਾਰ ਮਿਹਰਬਾਨ ਹੈ, ਪਾਲਿਸੀਜ਼ ਆਪਣੀ ਬਣਾ ਕੇ ਉਹਨਾਂ ਨੂੰ, ਉਹਨਾਂ ਦੀਆਂ ਜਿਹੜੀਆਂ ਹੈਗੀਆਂ ਕੰਪਨੀਆਂ ਉਹਨਾਂ ਨੂੰ ਫਾਇਦੇ ਪਹੁੰਚਾ ਰਹੀ ਹੈ, ਉਹਨਾਂ ਨੇ ਸਾਰਾ ਮੀਡੀਆ ਖਰੀਦਿਆ ਹੋਇਆ। ਤਾਂ ਉਹ ਜਿਹੜਾ ਨੈਸ਼ਨਲ ਮੇਨ ਸਟ੍ਰੀਮ ਮੀਡੀਆ ਹੈਗਾ, ਉਹ ਤਾਂ ਉਹਦੇ ਮੁਤਾਬਕ ਚੱਲ ਰਿਹਾ ਹੈ। ਇਸ ਕਰਕੇ ਤੁਹਾਡਾ ਰੋਲ ਜਾਂ ਉਹਨਾਂ ਲੋਕਾਂ ਦਾ ਰੋਲ ਬਹੁਤ ਇੰਪੋਰਟੈਂਟ ਬਣ ਜਾਂਦਾ ਹੈ, ਜਿਹੜੇ ਮੀਡੀਆ ਨੂੰ ਇਸ ਫਾਰਮ ਦੇ ਵਿੱਚ ਜੀਵਤ ਰੱਖੇ ਹੋਏ ਆ, ਔਰ ਉਹ ਸਹੀ ਗੱਲ ਨੂੰ ਸਹੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਪ੍ਰੋਫੈਸਰ ਸਾਹਿਬ, ਆਪਣਾ ਸਮਾਂ ਵੀ ਸਮਾਪਤ ਹੋ ਰਿਹਾ ਪ੍ਰੋਗਰਾਮ ਦਾ। ਕੋਈ ਤੁਸੀਂ ਆਖਰੀ ਇਸ ਮੌਕੇ ਦੇ ਉੱਤੇ, ਅੱਜ ਸੰਵਿਧਾਨਕ ਦਿਵਸ ਦੇ ਉੱਤੇ, ਕੋਈ ਖਾਸ ਟਿੱਪਣੀ, ਕੋਈ ਤੁਹਾਡੇ ਵੱਲੋਂ ਖਾਸ ਸੁਨੇਹਾ ਹੋਵੇ, ਜਾਂ ਦੇਖੋ ਕਿਸ ਢੰਗ ਸੁਨੇਹਾ, ਨਾਲ ਮੌਜੂਦਾ ਸਥਿਤੀ 'ਚ ਨਿਆਂਪਾਲਿਕਾ ਤਾਂ ਆਪਣਾ ਰੋਲ ਅਦਾ ਹੀ ਕਰ ਰਹੀ ਹੈ, ਤੇ ਲੋਕਾਂ ਦੀ ਕੀ ਭੂਮਿਕਾ ਬਣਦੀ ਇਹਦੇ ਵਿੱਚ, ਇਹਦੇ ਤੇ ਬਰੀਫ 'ਚ ਆਪਣੀ ਗੱਲ ਤੁਸੀਂ। ਦੇਖੋ ਆਪਣੇ ਜੰਡੂ ਸਾਹਿਬ, ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਕਿ ਅੱਜ ਸੰਵਿਧਾਨਕ ਦਿਨ ਹੈ। ਅੱਜ ਦੇ ਦਿਨ ਸਾਡਾ ਸੰਵਿਧਾਨ ਜਿਹੜਾ ਹੈਗਾ 26 ਨਵੰਬਰ 1949 ਨੂੰ ਸਾਡਾ ਸੰਵਿਧਾਨ ਪਾਸ ਹੋਇਆ ਸੀਗਾ ਸੰਵਿਧਾਨ ਸਭਾ ਚੋਂ। ਸੰਵਿਧਾਨਕ ਉਹ ਸੰਵਿਧਾਨ ਸਭਾ ਉਹਦੀਆਂ ਜਿਹੜੀਆਂ ਪ੍ਰੀਐਂਬਲ ਹੈ, ਪ੍ਰਸਤਾਵਨਾ ਹੈ, ਉਹਦੇ ਵਿੱਚ ਜੋ ਵੀ ਦਿੱਤਾ ਹੋਇਆ ਹੈ, ਜੋ ਫਰਟਰਨਿਟੀ, ਲਿਬਰਟੀ, ਜਸਟਿਸ, ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਤਨ ਮਨ ਧਨ ਦੇ ਨਾਲ ਨਿਭਾਈਏ, ਔਰ ਉਹ ਫੋਰਸਿਸ ਜਿਹੜੀਆਂ ਕਿ ਸੰਵਿਧਾਨ ਨੂੰ ਪੈਰਾਂ ਥੱਲੇ ਰੋਂਦਣ ਦੀ ਕੋਸ਼ਿਸ਼ ਕਰ ਰਹੀਆਂ, ਉਹਨਾਂ ਦੇ ਖਿਲਾਫ ਡਟ ਕੇ ਖੜੇ ਹੋਈਏ, ਔਰ ਉਹਨਾਂ ਦੇ ਖਿਲਾਫ ਆਵਾਜ਼ ਉੱਠਦੀ ਰਹੇ, ਤਾਂ ਸਾਡਾ ਸੰਵਿਧਾਨ ਜਿਉਂਦਾ ਰਹਿ ਸਕਦਾ ਹੈ।
ਅਦਰਵਾਈਜ਼ ਇਹ ਕਾਗਜ਼ ਦਾ ਟੁਕੜਾ ਬਣ ਕੇ ਰਹਿ ਜਾਏਗਾ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ, ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ।